A very good morning, students. Hope you all are okay. Let's start chapter number 4 from allotropes of carbon. The element carbon occur in different form in nature with widely varying physical properties. अपने नेचर कुदरत ਦੇ ਵਿੱਚ ਜਿਹੜੇ ਕਾਰਬਨ ਐਲੀਮੈਂਟਸ ਨੇ ਉਹ ਅਲੱਗ-ਅਲੱਗ ਫਾਰਮ ਦੇ ਵਿੱਚ ਮਿਲਦੇ ਨੇ। ਜਿਵੇਂ ਫਸਟ ਉਹਨਾਂ ਨੇ ਐਗਜ਼ਾਮਪਲ ਲਿੱਤੀ ਹੈ ਜੀ ਡਾਇਮੰਡ ਐਂਡ ਗ੍ਰੇਫਾਈਟ। ਇਹ ਦੋ ਕੀ ਨੇ ਕਾਰਬਨ ਐਟਮਸ ਨੇ ਬਟ ਦੋਨੋਂ ਕੀ ਨੇ ਇਹ ਡਿਫਰੈਂਟ ਇਹਨਾਂ ਦੇ ਵਿੱਚ ਜਿਹੜੇ ਬੌਂਡ ਹੁੰਦੇ ਨੇ ਕਾਰਬਨ ਦੇ ਉਹ ਅਲੱਗ-ਅਲੱਗ ਹੁੰਦੇ ਨੇ। ਜਿਵੇਂ ਕਿ ਡਾਇਮੰਡ ਆ ਉਹਦੇ ਵਿੱਚ 4 ਕਾਰਬਨਸ ਹੁੰਦੇ ਨੇ ਪਲੱਸ 3D ਸਟਰਕਚਰ ਹੈ ਇਹਦੀ ਮਤਲਬ ਕਿ 3 ਡਿਮੈਂਸ਼ਨਲ ਆ। ਬਟ ਗ੍ਰੇਫਾਈਟ ਦੇ ਵਿੱਚ ਕੀ ਹੁੰਦੇ ਨੇ 3 ਕਾਰਬਨਸ ਨੇ ਜਿਹੜੇ ਉਹ ਆਪਸ 'ਚ ਬੌਂਡ ਕਰਦੇ ਨੇ ਜਿਹੜੇ ਕਿ ਹੈਕਸਾਗਨਲ ਐਰੇ ਬਣਾਉਂਦੇ ਨੇ ਮਤਲਬ ਕਿ 3 ਜੋੜ ਕੇ 6 ਦਾ ਗਰੁੱਪ ਬਣਾ ਲੈਂਦੇ ਨੇ। ਇਹਦੇ ਵਿੱਚ ਡਬਲ ਬੌਂਡ ਬਣਦੇ ਨੇ ਪਲੱਸ ਕਾਰਬਨ ਦੀ ਜਿਹੜੀ ਵੈਲੈਂਸੀ ਹੁੰਦੀ ਉਹ ਹਮੇਸ਼ਾ ਕੀ ਰਹਿੰਦੀ ਆ ਸੈਟਿਸਫਾਈਡ ਰਹਿੰਦੀ ਆ ਇੱਕੋ ਜਿਹੀ ਰਹਿੰਦੀ ਆ। ਕਹਿੰਦੇ ਗ੍ਰੇਫਾਈਟ ਸਟਰਕਚਰ ਇਜ਼ ਫਾਰਮਡ ਬਾਈ ਦਾ ਹੈਕਸਾਗਨਲ ਐਰੇ ਬੀਇੰਗ ਪਲੇਸਡ ਇਨ ਲੇਅਰ ਵਨ ਅਬਵ ਦਾ ਅਦਰ ਵੀ 6 ਹੁੰਦੇ ਨੇ ਕਾਰਬਨ ਐਟਮ ਉਹ ਇੱਕ ਦੂਜੇ ਦੇ ਉੱਪਰ ਹੁੰਦੇ ਨੇ ਜਿਵੇਂ ਕਿ ਨੈਕਸਟ ਪਿਕਚਰ ਦੇ ਵਿੱਚ ਦਿਖਾਇਆ ਗਿਆ ਵਾ। ਜਿਵੇਂ ਕਿ ਇਹਦੇ ਵਿੱਚ ਦਿਖਾਇਆ ਗਿਆ ਦ ਸਟਰਕਚਰ ਆਫ ਡਾਇਮੰਡ ਇਹਦੇ ਵਿੱਚ ਕੀ ਆ ਆ ਸਾਰੇ ਜਿੰਨੇ ਵੀ ਸਰਕਲ ਨੇ ਇਹ ਸਾਰੇ ਕਾਰਬਨ ਨੇ ਇਹਦੇ ਵਿੱਚ ਜਿਵੇਂ ਆ 6 ਕਾਰਬਨ ਨੇ 6 ਦੇ ਉੱਤੇ ਹੋਰ 6 ਆ ਦੈਨ ਉਹਦੇ ਉੱਤੇ ਹੋਰ 6 ਆ ਜਿਹੜੇ ਕਿ ਹੈਕਸਾਗਨਲ ਆ ਇਹ ਕੀ ਆ 3D ਸਟਰਕਚਰ ਆ। ਪਲੱਸ ਇੱਕ ਹੋਰ ਐਗਜ਼ਾਮਪਲ ਲਿੱਤੀ ਆ C60 ਜਿਹਨੂੰ ਕਹਿੰਦੇ ਨੇ ਬਕ ਮਿਲ ਰਸਟ ਫਰਨ ਜਿਹੜਾ ਕਿ ਜਿਹਦੇ ਵਿੱਚ ਕੀ ਆ ਜਿਹੜੇ ਕਾਰਬਨ ਲਿੱਤੇ ਨੇ ਉਹ 60 ਕਾਰਬਨ ਨੇ ਪਲੱਸ ਇਹ ਇੱਕ ਬੋਲ ਲਾਈਕ ਹੁੰਦਾ ਵਾ ਜਿਵੇਂ ਬੋਲ ਹੁੰਦੀ ਆ ਫੁੱਟਬਾਲ ਹੁੰਦੀ ਆ ਉਸ ਤਰ੍ਹਾਂ ਦਾ ਹੁੰਦਾ ਵਾ। ਇਹਦਾ ਜਿਹੜਾ ਡਿਜ਼ਾਈਨ ਸੀਗਾ ਉਹ US ਇੱਕ ਆਰਕੀਟੈਕਟਰ ਬਕ ਮਿਸਟਰ ਸੀਗਾ ਉਹਨੇ ਕੀਤਾ ਸੀ ਦੈਨ ਉਹਨੇ ਆਪਣੇ ਨਾਮ ਤੋਂ ਹੀ ਇਹਦਾ ਇੱਕ ਨਾਮ ਰੱਖਤਾ C60 ਪਲੱਸ ਫਲੋਰਿਨ ਅਤੇ ਜਿਹਦੇ ਵਿੱਚ ਸੀ ਕੀ ਆ ਕਾਰਬਨ ਵੀ ਉਹਨੇ ਜਿਹੜੇ ਕਾਰਬਨ ਲਗਾਏ ਸੀ ਉਹ 60 ਸੀਗੇ। ਪਲੱਸ ਇੱਕ ਹੋਰ ਇਹਦੇ ਵਿੱਚ ਡਿਫਰੈਂਸ ਦੱਸਿਆ ਹੋਇਆ ਵਾ ਗ੍ਰੇਫਾਈਟ ਅਤੇ ਡਾਇਮੰਡ ਦਾ ਕਿ ਦੋਨਾਂ ਦੀ ਜਿਹੜੀ ਫਿਜ਼ੀਕਲ ਪ੍ਰੋਪਰਟੀ ਹੁੰਦੀ ਹੈ ਗ੍ਰੇਫਾਈਟ ਅਤੇ ਡਾਇਮੰਡ ਦੀ ਉਹ ਅਲੱਗ-ਅਲੱਗ ਹੁੰਦੀ ਆ ਬਟ ਜਿਹੜਾ ਉਹਨਾਂ ਦਾ ਰਸਾਇਣਿਕ ਗੁਣ ਹੁੰਦਾ ਕੈਮੀਕਲ ਪ੍ਰੋਪਰਟੀ ਹੁੰਦੀ ਉਹ ਸੇਮ ਹੁੰਦੀ ਆ। ਡਾਇਮੰਡ ਸਭ ਤੋਂ ਜ਼ਿਆਦਾ ਹਾਰਡ ਹੁੰਦਾ ਬਟ ਗ੍ਰੇਫਾਈਟ ਕੀ ਹੁੰਦਾ ਬਹੁਤ ਜ਼ਿਆਦਾ ਸਮੂਥ ਅਤੇ ਸਲਿਪਰੀ ਹੁੰਦਾ ਵਾ। ਗ੍ਰੇਫਾਈਟ ਗੁੱਡ ਕੰਡਕਟਰ ਆਫ ਇਲੈਕਟ੍ਰੀਸਿਟੀ ਆ ਜਦ ਕਿ ਇਹ ਨੋਨ ਮੈਟਲ ਆ ਜਿਹੜਾ ਕਿ ਅਸੀਂ ਚੈਪਟਰ 3 ਦੇ ਵਿੱਚ ਪੜ੍ਹ ਚੁੱਕੇ ਹਾਂ। ਜਿਹੜਾ ਡਾਇਮੰਡ ਆ ਇੱਕ ਪਿਓਰ ਫੋਮ ਆ ਕਾਰਬਨ ਦੀ ਪਲੱਸ ਐਟ ਅ ਹਾਈ ਟੈਂਪਰੇਚਰ ਐਂਡ ਪ੍ਰੈਸ਼ਰ ਇਹਨੂੰ ਅਸੀਂ ਸਿੰਥਸਾਈਜ਼ ਕਰ ਸਕਦੇ ਹਾਂ। ਇਹ ਇਹਨਾਂ ਦਾ ਡਿਫਰੈਂਸ ਸੀਗਾ। ਨੈਕਸਟ ਹੈਗਾ ਵਰਸਟਾਈਲ ਨੇਚਰ ਆਫ ਕਾਰਬਨ ਦੀ ਹੁਣ ਨੇਚਰ ਕੀ ਆ ਕੁਦਰਤ ਦੇ ਵਿੱਚ ਵੀ ਹੈਵ ਸੀਨ ਦਾ ਫਾਰਮੇਸ਼ਨ ਆਫ ਕੋਵਲੈਂਟ ਬੌਂਡ ਬਾਈ ਸ਼ੇਅਰਿੰਗ ਆਫ ਇਲੈਕਟ੍ਰੋਨ ਇਨ ਵੇਰੀਅਸ ਐਲੀਮੈਂਟਸ ਐਂਡ ਕੰਪਾਊਂਡ। ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਕੋਵਲੈਂਟ ਬੌਂਡਿੰਗ ਕੀ ਹੁੰਦੀ ਆ ਸ਼ੇਅਰਿੰਗ ਕਰਨੀ ਇਲੈਕਟ੍ਰੋਨਸ ਇੱਕ ਦੂਜੇ ਨੂੰ ਦੇਣੇ ਤਾਂ ਉਹਦੇ ਨਾਲ ਜਿਵੇਂ ਕਿ ਅਸੀਂ ਮਿਥੇਨ ਇੱਕ ਐਗਜ਼ਾਮਪਲ ਕੀਤੀ ਸੀਗੀ ਫਸਟ CH4 ਸ਼ੁਰੂਆਤ ਦੇ ਵਿੱਚ ਅਸੀਂ ਚੈਪਟਰ ਦੇ ਵਿੱਚ ਕੀਤੀ ਸੀਗੀ। ਜਦੋਂ ਕਿਸੇ ਕਾਰਬਨ ਦਾ ਜਿਹੜਾ ਫਾਰਮੂਲਾ ਵਾ ਉਹਦੇ ਵਿੱਚ ਬਿਲੀਅਨਸ ਆਫ ਅਸੀਂ ਕੀ ਕਰ ਸਕਦੇ ਹਾਂ ਕਾਰਬਨਸ ਲਗਾ ਸਕਦੇ ਹਾਂ ਜਿੰਨੇ ਮਰਜ਼ੀ ਜਿਹੜਾ ਕਾਰਬਨ ਆ ਉਹਦੇ ਕੋਲ ਇੰਨੀ ਕੁ ਵੈਲੈਂਸੀ ਹੁੰਦੀ ਆ ਵੀ ਉਹ ਕਾਰਬਨ ਦੇ ਨਾਲ ਕਾਰਬਨ ਜੁੜ ਸਕੇ। ਇਹਦੇ ਵਿੱਚ 2 ਫੈਕਟਰਸ ਨੇ ਉਹ ਕਿਹੜੇ ਨੇ ਫਸਟ ਹੈਗਾ ਕਾਰਬਨ ਦੇ ਕੋਲ ਯੂਨੀਕ ਅਬਿਲਿਟੀ ਹੈ ਜੀ ਕਿ ਉਹ ਕਾਰਬਨ ਦੇ ਨਾਲ ਕਾਰਬਨ ਫੋਰਮ ਕਰ ਸਕਦਾ ਪਲੱਸ ਲਾਰਜ ਨੰਬਰਸ ਦੇ ਵਿੱਚ ਮੋਲੀਕਿਊਲਸ ਆ ਜਿਹੜੇ ਉਹ ਕੰਬਾਈਨ ਕਰ ਸਕਦਾ ਜਿਹਨੂੰ ਅਸੀਂ ਕਹਿੰਦੇ ਹਾਂ ਕੈਟਨੇਸ਼ਨ। ਠੀਕ ਹੈ ਜਦੋਂ ਕਾਰਬਨ ਦੇ ਨਾਲ ਕਾਰਬਨ ਜੁਆਇਨ ਹੋ ਜਾਂਦਾ ਵਾ ਲੌਂਗ ਚੇਨ ਬਣ ਜਾਂਦੀ ਆ ਤਾਂ ਉਹਨੂੰ ਅਸੀਂ ਕਹਿੰਦੇ ਹਾਂ ਕੈਟਨੇਸ਼ਨ। ਇੱਕ ਲੌਂਗ ਚੇਨ ਜਦੋਂ ਬਣ ਗਈ ਤਾਂ ਅਸੀਂ ਕੀ ਕਰ ਸਕਦੇ ਹਾਂ ਉਹਨੂੰ ਰਿੰਗ ਵੀ ਬਣਾ ਸਕਦੇ ਹਾਂ ਬ੍ਰਾਂਚ ਟਾਈਪ ਵੀ ਬਣਾ ਸਕਦੇ ਹਾਂ। ਠੀਕ ਹੈ ਪਲੱਸ ਕਾਰਬਨ ਐਟਮ ਕੋਲ ਕੀ ਆ ਇਹ ਇੰਨੀ ਸ਼ਮਤਾ ਵਾ ਕਿ ਉਹ ਸਿੰਗਲ ਬੌਂਡ ਵੀ ਬਣਾ ਸਕਦਾ ਡਬਲ ਬੌਂਡ ਵੀ ਬਣਾ ਸਕਦਾ ਪਲੱਸ ਟ੍ਰਿਪਲ ਬੌਂਡ ਵੀ ਬਣਾ ਸਕਦਾ ਵਾ। ਜਿਹੜੇ ਸਿੰਗਲ ਬੌਂਡ ਹੁੰਦੇ ਨੇ ਅਸੀਂ ਉਹਨੂੰ ਕਹਿੰਦੇ ਹਾਂ ਸੈਚੂਰੇਟਡ ਕੰਪਾਊਂਡ ਜਿਹੜੇ ਡਬਲ ਅਤੇ ਟ੍ਰਿਪਲ ਬੌਂਡ ਬਣਦੇ ਨੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਅਨਸੈਚੂਰੇਟਡ ਕੰਪਾਊਂਡ। ਇਹ ਮੈਂ ਤੁਹਾਨੂੰ ਪਹਿਲਾਂ ਵੀਡੀਓ 'ਚ ਦੱਸ ਚੁੱਕੀ ਹਾਂ। ਨੈਕਸਟ ਕਹਿੰਦੇ ਹੋਰ ਕੋਈ ਐਲੀਮੈਂਟ ਨਹੀਂ ਹੈਗਾ ਕਾਰਬਨ ਨੂੰ ਛੱਡ ਕੇ ਵੀ ਜਿਹੜਾ ਕੀ ਆ ਲੌਂਗ ਚੇਨ ਬਣਾ ਸਕਦਾ ਵਾ ਬਟ ਇੱਕ ਜਿਵੇਂ ਉਹਨਾਂ ਨੇ ਇੱਕ ਸਿਲੀਕੋਨ ਦੀ ਐਗਜ਼ਾਮਪਲ ਦਿੱਤੀ ਆ ਕਹਿੰਦੇ ਇੱਕ ਸਿਲੀਕੋਨ ਕੰਪਾਊਂਡ ਆ ਫੋਰਮ ਕਰ ਸਕਦਾ ਵਾ ਉਹ ਹਾਈਡਰੋਜਨ ਦੇ ਨਾਲ ਕੰਪਾਊਂਡ ਬਟ ਕਿੰਨੇ ਤੋਂ 7 to 8 ਐਟਮਸ ਉਹਦੇ ਨਾਲ ਜੁਆਇਨ ਹੋ ਸਕਦੇ ਆ। ਬਟ ਕੰਪਾਊਂਡ ਜਿਹੜੇ ਹੁੰਦੇ ਨੇ ਜਿਹੜਾ ਸਿਲੀਕੋਨ ਆ ਜਦੋਂ ਫੋਰਮ ਹੋ ਜਾਂਦਾ ਵਾ ਉਹ ਬਹੁਤ ਜ਼ਿਆਦਾ ਰਿਐਕਟਿਵ ਹੁੰਦਾ ਵਾ ਬਟ ਜਿਹੜਾ ਕਾਰਬਨ ਬੌਂਡ ਆ ਬਹੁਤ ਜ਼ਿਆਦਾ ਸਟਰੋਂਗ ਹੁੰਦਾ ਪਲੱਸ ਕੀ ਹੁੰਦਾ ਵਾ ਸਟੇਬਲ ਹੁੰਦਾ ਵਾ। ਇਸ ਕਰਕੇ ਲਾਰਜ ਨੰਬਰ ਆਫ ਕਾਰਬਨ ਜਿਹੜੇ ਅਸੀਂ ਇਹਨਾਂ ਨੂੰ ਲਿੰਕ ਕਰ ਸਕਦੇ ਹਾਂ। ਨੈਕਸਟ ਸੈਕਿੰਡ ਪ੍ਰੋਪਰਟੀ ਹੈਗੀ ਆ ਟੈਟਰਾ ਵੈਲੈਂਸੀ ਜਿਹੜੀ ਸਿੰਸ ਕਾਰਬਨ ਹੈਜ਼ ਆ ਵੈਲੈਂਸੀ ਆਫ 4 ਵੀ ਮਤਲਬ ਜਿਹੜਾ ਕਾਰਬਨ ਆ C ਆ ਉਹਦੇ ਕੋਲ ਵੈਲੈਂਸੀ ਹੁੰਦੀ ਆ ਵੀ ਉਹ ਆਪਣੇ ਨਾਲ 4 ਇਲੈਕਟ੍ਰੋਨ ਲਗਾ ਸਕਦਾ। ਵੈਲੈਂਸੀ ਮਤਲਬ ਉਹਦੇ ਆਊਟਰ ਮੋਸਟ ਸ਼ੈਲ ਦੇ ਵਿੱਚ 4 ਕੀ ਹੁੰਦੇ ਨੇ ਇਲੈਕਟ੍ਰੋਨਸ ਹੁੰਦੇ ਨੇ ਇਸ ਕਰਕੇ ਉਹ ਬੌਂਡ ਕਰ ਸਕਦਾ ਵਾ
ਚਾਰ ਹੋਰ ਮਤਲਬ ਕਿਸੇ ਵੀ ਐਲੀਮੈਂਟ ਦੇ ਨਾਲ। ਜ਼ਰੂਰੀ ਨਹੀਂ ਹਮੇਸ਼ਾ ਇਹ ਹਾਈਡਰੋਜਨ ਨਾਲ ਹੀ ਫੋਮ ਹੋਊਗਾ, ਹੋ ਸਕਦਾ ਇਹ ਆਕਸੀਜਨ ਨਾਲ ਫੋਮ ਹੋ ਜਾਏ, ਹਾਈਡਰੋਜਨ ਨਾਲ, ਨਾਈਟ੍ਰੋਜਨ ਨਾਲ, ਸਲਫਰ, ਕਲੋਰੀਨ, ਮਤਲਬ ਕਿ ਜਿਹੜੇ ਆਹ ਬੌਂਡ ਦਿੱਤੇ ਹੋਏ ਨੇ, ਚਾਹੇ ਇੱਥੇ ਕਲੋਰੀਨ ਲਗਾ ਦਿਓ, ਚਾਹੇ ਇੱਥੇ ਨਾਈਟ੍ਰੋਜਨ ਲਗਾ ਦਿਓ, ਚਾਹੇ ਸਲਫਰ ਲਗਾ ਦਿਓ, ਚਾਹੇ ਕੋਈ ਹੋਰ ਹੈਲੋਜਨ ਜਿਵੇਂ ਹਾਈਡਰੋਜਨ ਲਗਾ ਦਿਓ, ਤਾਂ ਅਸੀਂ ਕੋਈ ਵੀ ਐਲੀਮੈਂਟ ਇਹਦੇ ਨਾਲ ਕਾਰਬਨ ਦੇ ਨਾਲ ਲਗਾ ਸਕਦੇ ਹਾਂ। ਦੈਨ ਸੈਕਿੰਡ, ਅਗੇਨ ਦਾ ਬੌਂਡ ਅਗੇਨ ਦਾ ਬੌਂਡ ਡੈਟ ਕਾਰਬਨ ਫੋਰਮਸ ਵਿਦ ਮੋਸਟ ਅਦਰ ਐਲੀਮੈਂਟਸ ਆਰ ਵੈਰੀ ਸਟਰੋਂਗ। ਜਦੋਂ ਇਹ ਇੱਕ ਦੂਜੇ ਨਾਲ ਜੁੜ ਜਾਂਦੇ ਨੇ ਬਹੁਤ ਜ਼ਿਆਦਾ ਸਟਰੋਂਗ ਹੋ ਜਾਂਦੇ ਨੇ, ਪਲੱਸ ਸਟੇਬਲ ਹੋ ਜਾਂਦੇ ਨੇ। ਦੈਨ ਕਹਿੰਦੇ ਇੱਕ ਕੀ ਰੀਜ਼ਨ ਇਹਦਾ, ਜਿਹੜੀ ਸਟਰੋਂਗ ਬੌਂਡਿੰਗ ਹੁੰਦੀ ਆ ਕਾਰਬਨ ਦੀ, ਉਹ ਕਿਉਂ ਹੁੰਦੀ ਆ? ਕਿਉਂਕਿ ਇਹਦਾ ਜਿਹੜਾ ਸਾਈਜ਼ ਹੁੰਦਾ ਬਹੁਤ ਜ਼ਿਆਦਾ ਛੋਟਾ ਹੁੰਦਾ, ਇਸ ਕਰਕੇ ਸਟਰੋਂਗ ਬੌਂਡਿੰਗ ਹੁੰਦੀ ਆ। ਇਸ ਲਈ ਇਹ ਈਜ਼ੀਲੀ ਕੀ ਕਰ ਸਕਦੇ ਨੇ, ਇਲੈਕਟ੍ਰੋਨ ਜਿਹੜੇ ਨੇ ਉਹ ਸ਼ੇਅਰ ਕਰ ਸਕਦੇ ਨੇ, ਪੇਅਰ ਬਣਾ ਸਕਦੇ ਨੇ। ਨੈਕਸਟ ਆ ਗਿਆ ਸੈਚੂਰੇਟਡ ਐਂਡ ਅਨਸੈਚੂਰੇਟਡ। ਸੈਚੂਰੇਟਡ ਜਿਹਦੇ ਵਿੱਚ ਸਿੰਗਲ ਬੌਂਡ ਹੋਊਗਾ, ਜਿਵੇਂ ਕਿ ਐਗਜ਼ਾਮਪਲ ਤੁਹਾਨੂੰ ਦਿੱਤੀ ਹੋਈ ਹੈ ਇੱਕ C2H6, C2 ਨੇ ਤਾਂ 2 C ਹੋ ਗਏ, H6 ਨੇ ਤਾਂ ਆਪਾਂ H6 ਲਗਾ ਦੇਣੇ ਨੇ। 1 2 3 4 5 6। ਇਹਦੇ ਵਿੱਚ ਆਪਾਂ ਦੇਖਿਆ ਜਾਵੇ ਤਾਂ ਸਾਰੇ ਕੀ ਨੇ, ਸਿੰਗਲ ਬੌਂਡ ਨੇ, ਦੈਟ ਇਜ਼ ਸੈਚੂਰੇਟਡ। ਜਿਵੇਂ ਇਹਦੇ ਵਿੱਚ ਅੱਗੇ ਸਟੈਪ ਵੀ ਦਿੱਤੇ ਹੋਏ ਨੇ ਤੁਹਾਨੂੰ। 3 ਵੈਲੈਂਸੀ ਆਫ, ਜਿਵੇਂ ਕਿ C ਸਿੰਗਲ ਬੌਂਡ C, ਜਿਵੇਂ ਫਸਟ ਆ ਦਿੱਤਾ ਹੋਇਆ ਤਾਂ ਕੀ ਆ ਸੈਚੂਰੇਟਡ, ਮਤਲਬ ਕਿ ਇਹ ਸਿੰਗਲ ਬੌਂਡ ਆ। 3 ਵੈਲੈਂਸੀ ਆਫ ਈਚ ਕਾਰਬਨ ਐਟਮ ਰਿਮੇਨ ਅਨਸੈਟਿਸਫਾਈਡ ਈਚ ਬੌਂਡ ਬਾਈ 3 ਹਾਈਡਰੋਜਨ ਐਟਮ। ਜਿਵੇਂ ਕਿ ਇੱਕ C ਆ, ਇੱਕ C ਹੋ ਗਿਆ ਅਤੇ ਦੂਜੇ ਨਾਲ C ਜੁੜ ਗਿਆ। ਹੁਣ ਇਹਦੀਆਂ 3 ਜਿਹੜੀਆਂ ਪੋਜੀਸ਼ਨਾਂ ਸੀ ਉਹ ਖਾਲੀ ਰਹਿੰਦੀਆਂ, ਇੱਕ ਤਾਂ ਇਹਦੇ ਨਾਲ ਲਿੰਕ ਕੀਤੀ ਹੋਈ ਆ, ਤਾਂ ਜਿਹੜੀਆਂ 3 ਨੇ ਉਹਦੇ ਵਿੱਚ ਕੀ ਹੋ ਜਾਊਗਾ, ਹਾਈਡਰੋਜਨ ਜੁਆਇਨ ਹੋ ਜਾਊਗਾ। ਨੈਕਸਟ ਹੈਗਾ, ਜਿਵੇਂ ਕਿ ਐਗਜ਼ਾਮਪਲ ਦਿੱਤੀ ਤੁਹਾਨੂੰ ਹੋਰ, ਇਲੈਕਟ੍ਰੋਨ ਡਾਟ ਸਟਰਕਚਰ ਆਫ ਇਥੇਨ। ਇਥੇਨ ਦਾ ਫਾਰਮੂਲਾ ਕੀ ਹੁੰਦਾ ਵਾ, C2H6। C2 ਨੇ ਪਲੱਸ H ਕਿੰਨੇ ਨੇ, 6, 1 2 3 4 5 6। ਨੈਕਸਟ ਤੁਹਾਨੂੰ ਦਿੱਤਾ ਕੈਨ ਯੂ ਡਰਾ ਦਾ ਸਟਰਕਚਰ ਆਫ ਪ੍ਰੋਪੇਨ। ਕੀ ਤੁਸੀਂ ਹੁਣ ਪ੍ਰੋਪੇਨ ਦੀ ਸਟਰਕਚਰ ਬਣਾ ਸਕਦੇ ਹੋ, ਜਿਹਦਾ ਫਾਰਮੂਲਾ ਹੁੰਦਾ ਵਾ C3H8। C3 ਨੇ ਤਾਂ ਅਸੀਂ C3 ਲਗਾਤੇ। ਹੁਣ H ਕਿੰਨੇ ਨੇ, 8, ਤਾਂ H8 ਲਗਾ ਦਾਂਗੇ। 1 2 3 4 5 6 7 ਐਂਡ 8, ਦੈਟ ਇਜ਼ C3H8। ਇਹ ਹੈਗਾ ਪ੍ਰੋਪੇਨ ਦਾ ਸਟਰਕਚਰ। ਜਿਹਦੇ ਵਿੱਚ ਸਿੰਗਲ ਬੌਂਡ ਆ ਜਾਊਗੀ ਉਹ ਕੀ ਹੁੰਦੇ ਨੇ, ਸੈਚੂਰੇਟਡ। ਜਿਹਦੇ ਵਿੱਚ ਆ ਜਾਊਗਾ ਹੁਣ ਈਨ, ਮਤਲਬ ਕਿ ਜਿਹੜੇ ਕਿ ਡਬਲ ਬੌਂਡ ਹੋਣਗੇ ਜਾਂ ਟ੍ਰਿਪਲ ਬੌਂਡ ਹੋਣਗੇ ਅਨਸੈਚੂਰੇਟਡ। ਜਿਵੇਂ ਕਿ ਐਗਜ਼ਾਮਪਲ ਦਿੱਤੀ ਹੈ ਇਹਦੇ ਵਿੱਚ ਤੁਹਾਨੂੰ C2H4, C2H4 ਤਾਂ 4 ਅਸੀਂ H ਲਗਾਵਾਂਗੇ, H4, ਬਟ ਦੇਖਿਆ ਜਾਵੇ ਤਾਂ ਵੈਲੈਂਸੀ ਨਹੀਂ ਪੂਰੀ ਹੋ ਰਹੀ। 1 2 3 4 5 ਵੀ ਹੋ ਰਹੇ ਨੇ। ਇਹ ਵੈਲੈਂਸੀ ਪੂਰੀ ਕਰਨ ਲਈ ਅਸੀਂ ਕਰਾਂਗੇ ਇੱਥੇ ਇੱਕ ਹੋਰ ਬੌਂਡ ਲਗਾ ਦਾਂਗੇ ਸੈਂਟਰ 'ਚ, ਜਿਹਦੇ ਨਾਲ ਕੀ ਹੋ ਜੂਗੀ, ਉਹ ਕੀ ਫੋਮ ਹੋ ਗਿਆ, ਇਹ ਇਥੀਨ ਪਲੱਸ ਡਬਲ ਬੌਂਡ ਹੋ ਗਿਆ, ਜਿਹਦੇ ਨਾਲ ਇਹ ਕੀ ਆ, ਅਨਸੈਚੂਰੇਟਡ ਕਾਰਬਨ। ਜਿਵੇਂ ਕਿ ਇਹਦੇ ਵਿੱਚ ਦਿਖਾਇਆ ਹੋਇਆ ਤੁਹਾਨੂੰ, ਪਹਿਲਾਂ ਫਸਟ ਤੇ C ਸਿੰਗਲ ਬੌਂਡ ਸੀ, ਸੈਚੂਰੇਟਡ ਆ। C2H4 ਆ ਗਿਆ ਤੁਹਾਨੂੰ, ਫਿਰ C ਡਬਲ ਬੌਂਡ C। ਹੁਣ ਇਹਦੇ ਵਿੱਚ ਕੀ ਆ, C2 ਹੀ ਨੇ, H4, ਬਟ ਕੀ ਆ, ਵੈਲੈਂਸੀ ਨਹੀਂ ਪੂਰੀ ਹੋ ਰਹੀ ਸੀ, ਜਿਹਦੇ ਕਰਕੇ ਕੀ ਕੀਤਾ ਗਿਆ ਵਾ, ਉਹਦੇ ਵਿੱਚ ਅਸੀਂ ਡਬਲ ਬੌਂਡ ਲਗਾਇਆ ਵਾ। ਨੈਕਸਟ ਤੁਹਾਨੂੰ ਦਿੱਤੀ ਹੋਈ ਹੈ, ਕਹਿੰਦੇ ਹਾਈਡਰੋਜਨ ਐਂਡ ਕਾਰਬਨ ਦਾ ਜਿਵੇਂ ਫਾਰਮੂਲਾ ਵਾ C2H2। ਫਾਰਮੂਲਾ ਤੁਹਾਡੇ ਕੋਲ ਹੈਗਾ ਵਾ C2H2, ਤਾਂ ਕੀ ਹੋਊਗਾ ਇਹਦੇ ਵਿੱਚ, H2 ਆ ਲਗਾਤਾ, ਬਟ ਵੈਲੈਂਸੀ ਨਹੀਂ ਪੂਰੀ ਹੋ ਰਹੀ, ਤਾਂ ਅਸੀਂ ਕੀ ਕਰਾਂਗੇ, ਟ੍ਰਿਪਲ ਬੌਂਡ ਫੋਰਮ ਕਰਾਂਗੇ ਕਾਰਬਨ ਦੇ ਵਿੱਚ, ਅਤੇ ਜਿਹਦੇ ਨਾਲ ਇਹ ਕੀ ਬਣ ਜਾਊਗਾ, ਇਥੇਨ। ਠੀਕ ਹੈ, YNE, ਜਿਹਦੇ ਵਿੱਚ ਟ੍ਰਿਪਲ ਬੌਂਡ ਹੋਣਗੇ। ਇਹ ਵੀ ਕਦੀ ਐਗਜ਼ਾਮਪਲ ਆ, ਅਨਸੈਚੂਰੇਟਡ ਦੀ ਐਗਜ਼ਾਮਪਲ ਆ। ਸੱਚ ਕੰਪਾਊਂਡ ਆਫ ਕਾਰਬਨ ਹੈਵਿੰਗ ਡਬਲ ਔਰ ਟ੍ਰਿਪਲ ਬੌਂਡ ਬਿਟਵੀਨ ਕਾਰਬਨ, ਉਹਨੂੰ ਕਹਿੰਦੇ ਹਾਂ ਅਸੀਂ ਅਨਸੈਚੂਰੇਟਡ, ਪਲੱਸ ਦੇ ਆਰ ਮੋਰ ਰਿਐਕਟਿਵ ਦੈਨ ਸੈਚੂਰੇਟਡ। ਇਹ ਬਹੁਤ ਜ਼ਿਆਦਾ ਰਿਐਕਟਿਵ ਹੁੰਦੇ ਨੇ ਜਿਹੜੇ ਡਬਲ ਬੌਂਡ ਅਤੇ ਟ੍ਰਿਪਲ ਬੌਂਡ ਹੁੰਦੇ ਨੇ ਸੈਚੂਰੇਟਡ ਨਾਲੋਂ, ਮਤਲਬ ਕਿ ਸਿੰਗਲ ਬੌਂਡ ਦੇ ਨਾਲੋਂ। ਹੁਣ ਜਿਵੇਂ ਕਿ ਇਥੀਨ ਦੀ ਇੱਕ ਡਾਇਗਰਾਮ ਬਣੀ ਹੋਈ ਆ, ਇਹਦੇ ਵਿੱਚ ਕੀ ਆ ਬੌਂਡ ਨੇ, ਮਤਲਬ ਕਿ ਡਬਲ ਬੌਂਡ ਸ਼ੋ ਕਰ ਰਹੇ ਨੇ, ਤਾਂ ਇਸ ਕਰਕੇ ਇਹਦੇ ਪਿੱਛੇ ਕੀ ਆ, ਈਨ ਤਾਂ ਡਬਲ ਬੌਂਡ ਆ। ਨੈਕਸਟ, ਚੇਨਸ, ਬ੍ਰਾਂਚਿਸ ਐਂਡ
ਰਿੰਗਸ। ਚੇਨ ਮਤਲਬ ਜਿਵੇਂ ਕਿ ਇੱਕ ਸਿੰਗਲ ਚੇਨ ਇਸ ਤਰ੍ਹਾਂ ਸੀ ਕਾਰਬਨ ਸੀ ਜੋੜ ਦਾਂਗੇ। ਬ੍ਰਾਂਚਿਸ ਦੇ ਵਿੱਚ ਕੀ ਆ, ਸੀ ਇਸ ਤਰ੍ਹਾਂ ਵਾ, ਸੀ ਇੱਦਾਂ ਵੀ ਲੱਗ ਗਈ, ਇੱਧਰ ਨੂੰ ਸੀ ਲੱਗ ਗਈ ਤਾਂ ਬ੍ਰਾਂਚ ਬਣ ਗਈ। ਨੈਕਸਟ ਰਿੰਗ ਫਾਰਮ ਦੇ ਵਿੱਚ ਇਸ ਤਰ੍ਹਾਂ ਵੀ ਰਿੰਗ ਬਣੂਗੀ ਇੱਕ ਤਰ੍ਹਾਂ ਦੀ। ਨੈਕਸਟ ਇਹਦੇ ਵਿੱਚ ਅਸੀਂ ਪੜ੍ਹਨਾ ਵਾ ਸਿੰਸ ਚੇਨ ਆਫ ਕਾਰਬਨ ਐਟਮਸ ਕੈਨ ਕੰਟੇਨ 10 ਆਫ ਕਾਰਬਨ ਐਟਮ। ਇੱਕ ਚੇਨ ਦੇ ਵਿੱਚ ਜਿਹੜੀ ਇੱਕ ਲੜੀ ਹੁੰਦੀ ਆ ਉਹਦੇ ਵਿੱਚ ਕਾਰਬਨ ਜਿਹੜਾ ਐਟਮ ਆ ਉਹ ਵੱਧ ਤੋਂ ਵੱਧ 10 ਕਾਰਬਨ ਐਟਮ ਆਪਣੇ ਨਾਲ ਜੋੜ ਸਕਦਾ ਵਾ। ਜਿਵੇਂ ਕਿ ਇੱਕ ਟੇਬਲ ਆ ਜਿਹੜਾ ਕਿ ਅਸੀਂ ਪਹਿਲਾਂ ਕਰ ਚੁੱਕੇ ਆ। ਜਿਵੇਂ ਫਸਟ ਹੈਗਾ ਮਿਥੇਨ। ਮਿਥੇਨ ਦੇ ਵਿੱਚ ਕੀ ਆ, CH4 ਇਹਦਾ ਕੀ ਆ ਫਾਰਮੂਲਾ ਵਾ। ਤਾਂ ਉਹਨੂੰ ਅਸੀਂ ਸਟਰਕਚਰ ਦੀ ਫਾਰਮ 'ਚ ਲਿਖਾਂਗੇ ਤਾਂ ਇਸ ਤਰ੍ਹਾਂ ਲਿਖਿਆ ਜਾਊਗਾ। ਸੈਕਿੰਡ ਹੈਗਾ ਇਥੇਨ, ਫਿਰ ਪ੍ਰੋਪੇਨ, ਦੈਨ ਬਿਊਟੇਨ, ਪੈਂਟੇਨ, ਹੈਕਸੇਨ। ਹੈਕਸ ਦਾ ਮੀਨਸ 6, ਪੈਂਟ ਦਾ ਮੀਨਸ 5, ਬਿਊਟੇਨ ਮੀਨਸ 4, ਪ੍ਰੋਪੇਨ ਮੀਨਸ 3, ਇਥੇਨ ਮੀਨਸ 2, ਮਿਥੇਨ ਮੀਨਸ 1। ਇਹ ਫਾਰਮੂਲੇ ਤੁਹਾਨੂੰ ਯਾਦ ਕਰਨੇ ਆ ਤੁਸੀਂ, ਤਾਂ ਹੀ ਤੁਹਾਨੂੰ ਅੱਗੇ ਲਰਨ ਹੋਣਗੇ, ਠੀਕ ਹੈ। ਨੈਕਸਟ ਬਟ ਲੈਟ ਅਸ ਅਨਦਰ ਲੁੱਕ ਐਟ ਬਿਊਟੇਨ। ਹੁਣ ਅਸੀਂ ਬਿਊਟੇਨ ਦੀ ਸਟਰਕਚਰ ਦੇਖਣੀ ਆ ਜਿਹੜਾ ਕਿ ਸਾਡੇ ਕੋਲ ਸੈਕਿੰਡ ਨੰਬਰ 'ਤੇ ਆ, ਜਿਹਦਾ ਫਾਰਮੂਲਾ ਹੈਗਾ ਵਾ C2H6। ਇਫ ਵੀ ਮੇਕ ਦਾ ਕਾਰਬਨ ਸਕੈਲਟਨ, ਜੇ ਅਸੀਂ ਢਾਂਚਾ ਬਣਾਉਂਦੇ ਹਾਂ ਕਾਰਬਨ ਦਾ ਜਿਹਦੇ ਵਿੱਚ ਕੀ ਆ 4 ਕਾਰਬਨ ਐਟਮ ਆ, ਮੰਨ ਲਓ ਆ 4 ਕਾਰਬਨ ਐਟਮ ਨੇ, ਤਾਂ ਅਸੀਂ ਇਹਨੂੰ ਦੋ ਤਰ੍ਹਾਂ ਜਿਹੜਾ ਦਾ ਢਾਂਚਾ ਵਾ ਅਸੀਂ ਬਣਾ ਸਕਦੇ ਹਾਂ। ਇੱਕ ਅਸੀਂ ਸਿੰਪਲ ਚੇਨ ਬਣਾ ਸਕਦੇ ਹਾਂ, ਇੱਕ ਅਸੀਂ ਇੱਦਾਂ ਨੂੰ ਬ੍ਰਾਂਚ ਟਾਈਪ 'ਚ ਬਣਾ ਸਕਦੇ ਹਾਂ। ਦੋ ਪੋਸੀਬਲ ਸਾਡੇ ਕੋਲ ਹੈਗੇ ਆ ਜਿਹਦੇ ਨਾਲ ਅਸੀਂ ਇਹਨੂੰ ਡਰੋ ਕਰ ਸਕਦੇ ਹਾਂ। ਫਿਰ ਇਸ ਤੋਂ ਅੱਗੇ ਇਹਨਾਂ ਨੇ ਉਹੀ ਬਿਊਟੇਨ ਨਾਲ ਕੀ ਕੀਤਾ, ਜਿਹੜੀ ਪਿੱਛੇ ਬ੍ਰਾਂਚ ਬਣਾਈ ਸੀ, ਇੱਕ ਇਸ ਤਰ੍ਹਾਂ ਬ੍ਰਾਂਚ ਬਣਾਈ ਸੀ ਜਿੱਥੇ ਜਿੱਥੇ ਪੋਜੀਸ਼ਨ ਲੱਗੀ ਉੱਥੇ ਹਾਈਡਰੋਜਨ ਫਿਲ ਕਰਤੀ। ਸੇਮ ਉਹਦੇ ਵਿੱਚ ਜਿਹੜੀ ਅਸੀਂ ਦੂਸਰਾ ਸਕੈਲਟਨ ਬਣਾਇਆ ਸੀ, ਉਹਦਾ ਢਾਂਚਾ ਬਣਾਇਆ ਸੀਗਾ, ਉਹਦੇ ਵਿੱਚ ਫਿਲ ਕਰਤੇ। ਤਾਂ ਦੋਨਾਂ ਦੇ ਵਿੱਚ ਫਾਰਮੂਲਾ ਕੀ ਆ, ਸੇਮ ਆ। ਇਹ 'ਚ ਵੀ 4 ਕਾਰਬਨਸ ਨੇ, ਇਹਦੇ ਵਿੱਚ ਵੀ 4 ਕਾਰਬਨਸ ਨੇ, ਇਹ 'ਚ ਵੀ H10 ਨੇ, ਇਹ 'ਚ ਵੀ H10 ਨੇ, ਬਟ ਦੋਨਾਂ ਦੇ ਕੀ ਆ ਆਇਡੈਂਟੀਕਲ ਮੋਲੀਕੂਲਰ ਫਾਰਮੂਲਾ ਦੋਨਾਂ ਦਾ ਸੇਮ ਆ, ਬਟ ਦੋਨਾਂ ਦੇ ਸਟਰਕਚਰਲ ਆਈਸੋਮਰ ਸਟਰਕਚਰ ਕੀ ਆ ਦੋਨਾਂ ਦੀ ਡਿਫਰੈਂਟ ਆ। ਮੈਂ ਰਿਪੀਟ ਕਰ ਰਹੀ ਹਾਂ, ਜੇ ਇਹ ਦੋਨਾਂ ਦੇ ਵਿੱਚ ਕੀ ਆ ਆਇਡੈਂਟੀਕਲ ਮੋਲੀਕੂਲਰ ਫਾਰਮੂਲਾ ਮਤਲਬ ਕਿ C4H10 ਇਜ਼ ਸੇਮ ਇਨ ਬੋਥ ਦਿਸ ਡਾਇਗਰਾਮ, ਬਟ ਦ ਸਟਰਕਚਰਲ ਆਈਸੋਮਰ ਇਜ਼ ਡਿਫਰੈਂਟ। ਇਹਦੀ ਸਟਰਕਚਰ ਅਲੱਗ ਬਣੀ ਹੋਈ ਹੈ, ਇਹਦੀ ਸਟਰਕਚਰ ਅਲੱਗ ਬਣੀ ਹੋਈ ਆ। ਇਹਦੇ ਵਿੱਚ ਸਟ੍ਰੇਟ ਦੇ ਵਿੱਚ ਕਾਰਬਨ ਚੇਨ ਸੀਗੀ, ਇਹਦੇ ਵਿੱਚ ਕੀ ਆ ਬ੍ਰਾਂਚ ਦੇ ਟਾਈਪ ਦੇ ਵਿੱਚ ਸੀਗੀਆਂ। ਜਿਵੇਂ ਐਗਜ਼ਾਮਪਲ ਨੈਕਸਟ ਹੈਗਾ ਸਾਈਕਲੋਹੈਕਸੇਨ C6H12। ਇਹਦੇ ਵਿੱਚ C6 ਨੇ, ਪਹਿਲਾਂ ਅਸੀਂ ਕੀ ਕੀਤਾ ਇਸ ਤਰ੍ਹਾਂ ਲਿੱਤੀ ਸੀ ਹੈਕਸੋਨ ਦੇ ਵਿੱਚ 6 ਕਾਰਬਨ ਨੇ, ਜਿੱਥੇ ਜਿੱਥੇ ਵੈਲੈਂਸੀ ਮਿਲੀ ਉੱਥੇ ਉੱਥੇ ਹਾਈਡਰੋਜਨ ਲਗਾਤੇ ਅਸੀਂ। ਉਹ ਸਾਰੇ ਜਿਹੜੇ ਹਾਈਡਰੋਜਨ ਹੋਣਗੇ ਕਾਊਂਟ ਕਰ ਲਿਓ 4 and 4, 8, 9, 10, 11, 12 ਕਾਰਬਨ ਨੇ। ਅਤੇ ਇਹਦੇ ਨਾਲ ਅਸੀਂ ਡਾਟ ਸਟਰਕਚਰ ਵੀ ਬਣਾ ਸਕਦੇ ਹਾਂ। ਦੈਨ ਇੱਕ ਐਗਜ਼ਾਮਪਲ ਲਿੱਤੀ ਹੈ ਬੈਨਜ਼ੀਨ ਦੀ। ਅਗਲੀ ਐਗਜ਼ਾਮਪਲ ਲਿੱਤੀ ਹੈ ਬੈਨਜ਼ੀਨ ਦੀ, ਡੈਟ ਇਜ਼ C6H6 ਕਾਰਬਨ 6 ਨੇ ਸਾਡੇ ਕੋਲ 1 2 3 4 5 6। ਜਿੱਥੇ ਇੱਥੇ ਵੈਲੈਂਸੀ ਮਿਲੂਗੀ ਉਹਨਾਂ ਨੇ 6 ਸਾਨੂੰ ਹਾਈਡਰੋਜਨ ਕਿਹਾ ਤੇ 6 ਹੀ ਹਾਈਡਰੋਜਨ ਲਗਾਉਣੇ ਤੇ, ਪਰ ਵੈਲੈਂਸੀ ਪੂਰਾ ਕਰਨ ਲਈ ਉਹਨਾਂ ਨੇ ਨਾਮ 'ਚ ਦੇਖੋ ਈਨ ਲਿਖਿਆ ਤਾਂ ਮਤਲਬ ਡਬਲ ਬੌਂਡ ਫੋਰਮ ਹੋਊਗਾ, ਇਸ ਕਰਕੇ ਡਬਲ ਬੌਂਡ ਵਿੱਚ ਲੱਗੇ ਹੋਏ ਨੇ। ਨੈਕਸਟ ਇਹ ਸਾਰੇ ਜਿਹੜੇ ਹੁੰਦੇ ਨੇ ਜਿਹੜੇ ਸੈਚੂਰੇਟਡ ਹੁੰਦੇ ਨੇ ਉਹ ਕੀ ਹੁੰਦੇ ਨੇ ਐਲਕੇਨ, ਮਤਲਬ ਕਿ ਲਾਸਟ 'ਤੇ ਕੀ ਹੋਊਗਾ ਏਨ। ਅਨਸੈਚੂਰੇਟਡ ਜਿਹੜੇ ਹੋਣਗੇ ਉਹਨਾਂ 'ਚ ਡਬਲ ਬੌਂਡ ਜਾਂ ਟ੍ਰਿਪਲ ਬੌਂਡ ਲੱਗਿਆ ਹੋਊਗਾ, ਉਹਨੂੰ ਅਸੀਂ ਕਹਾਂਗੇ ਅਨਸੈਚੂਰੇਟਡ, ਉਹ 'ਚ ਹੋਊਗਾ ਈਨ ਪਲੱਸ YNE। ਵਿਲ ਯੂ ਬੀ ਏ ਮਾਈ ਫਰੈਂਡ। ਕਾਰਬਨ ਕੀ ਇੱਕ ਐਲੀਮੈਂਟ ਇਹੋ ਜਿਹਾ ਵਾ ਕਿ ਜਿਹੜਾ ਫਰੈਂਡਲੀ ਆ, ਹਰੇਕ ਨਾਲ ਦੋਸਤੀ ਕਰ ਲੈਂਦਾ। ਮਤਲਬ ਸਿਰਫ ਇਹ ਕਾਰਬਨ ਦੇ ਨਾਲ ਸਿਰਫ ਹਾਈਡਰੋਜਨ ਆ ਕੇ ਨਹੀਂ ਜੁਆਇਨ ਹੁੰਦਾ, ਇਹਦੇ ਨਾਲ ਅਸੀਂ ਹੋਰ ਵੀ ਜਿਹੜੇ ਐਲੀਮੈਂਟਸ ਨੇ ਅਸੀਂ ਉਹਨਾਂ ਜੁਆਇਨ ਕਰ ਸਕਦੇ ਹਾਂ, ਜਿਵੇਂ ਕਿ ਹੈਲੋਜਨ ਗਰੁੱਪ, ਕਲੋਰੋ, ਫਲੋਰੋ, ਆਇਓਡੀਨ, ਇਹ ਸਾਰੇ ਅਸੀਂ ਇਹਨਾਂ ਜੋੜ ਸਕਦੇ ਹਾਂ। ਆਕਸੀਜਨ, ਨਾਈਟ੍ਰੋਜਨ, ਸਲਫਰ, ਇਹਨਾਂ ਨਾਲ ਅਸੀਂ ਈਜ਼ੀਲੀ ਜੋੜ ਸਕਦੇ ਹਾਂ। ਬਟ ਕਦੋਂ ਜੋੜ ਸਕਦੇ ਹਾਂ, ਜਿਹੜੀ ਕਾਰਬਨ ਦੀ ਚੇਨ ਹੁੰਦੀ ਆ ਉਹਦੇ ਵਿੱਚ ਸਾਨੂੰ 1 ਜਾਂ 2 ਜਾਂ ਉਸ ਤੋਂ ਜ਼ਿਆਦਾ ਹਾਈਡਰੋਜਨ ਨੂੰ ਅਸੀਂ ਰਿਪਲੇਸ ਕਰਨਾ ਹੋਊਗਾ। ਜਦੋਂ ਅਸੀਂ ਇੱਕ ਹਾਈਡਰੋਜਨ ਨੂੰ ਰਿਪਲੇਸ ਕਰ ਦਾਂਗੇ ਕਿਸੇ ਹੋਰ ਐਲੀਮੈਂਟ ਦੇ ਨਾਲ ਤਾਂ ਉਹਨੂੰ ਕਹਾਂਗੇ ਅਸੀਂ ਹੈਟਰੋ ਐਟਮ। ਉਹ ਜਿਹੜੇ ਹੈਟਰੋ ਐਟਮ ਹੁੰਦੇ ਨੇ ਉਹ ਅੱਗੇ ਤੁਹਾਨੂੰ ਟੇਬਲ 'ਚ ਦਿੱਤੇ ਹੋਏ ਨੇ ਆਹ ਵਾਲੇ ਦੇ ਵਿੱਚ, ਜਿਵੇਂ ਕਿ ਫਸਟ ਕਲੋਰੋ ਅਤੇ ਬ੍ਰੋਮੋ, ਇਹ ਤੁਹਾਡੇ ਹੈਟਰੋ ਨੇ। ਪਲੱਸ ਕਲਾਸ ਆਫ ਕੰਪੋਨੈਂਟ ਹੈਲੋਜਨ ਆ, ਇਹ ਫਾਰਮੂਲਾ ਕਲੋਰੋ ਜਾਂ ਬ੍ਰੋਮੋ। ਇੱਕ ਐਗਜ਼ਾਮਪਲ ਜਿਵੇਂ ਮੰਨ ਲਓ ਤੁਹਾਨੂੰ ਕੋਈ ਨਾਮ ਆ ਗਿਆ
क्लोरोमीथेन तुसीं इहदी डायग्राम जिहड़ी आ ओह बनानी आ। मीथेन दा फार्मूला सानूं पता CH4 हुंदा वा, ठीक है। CH4 नूं की करना तुसीं, दैन C एक H किन्ने ने 4, बट जदों तुहानूं आ गया क्लोरोमीथेन तो तुसीं की करना, क्लोरो लगा देना एक हाइड्रोजन हटा के, इनू असीं कवांगे हैट्रो एटम, ठीक है। नैक्सट तुहाडे कोल जिवें अगे आया होया वा, ये सारा टेबल तुसीं इसे तरह लर्न करना वा। जिवें सैकेंड दिता होया ऑक्सीजन डैट इज़ अल्कोहल, भी ਇਹਦਾ फंक्शनल ग्रुप हुंदा OH, तुहानूं आ गया नेम मिथेनोल, तुसीं लिखना वा, स्ट्रक्चर बनानी आ मिथेनोल, पिछे OL आ गया तो मतलब तुसीं स्ट्रक्चर दे विच OH ग्रुप लगाना वा। एक एग्जाम्पल मिथेन असीं इहदी लैने आ CH4 हुंदा वा, पर असीं की करना H लगा के, पर पिछे OL आ, एक जगह ते असीं OH ग्रुप लगा देना वा। सेम इज़ एल्डिहाइड, जे आ गया एल्डिहाइड दा मतलब कि मिथेन दे पिछे YD दी आवाज़ आ गई, तो उसी तुसीं एक जिहड़ा इत्थे कोई H हटा के उत्थे की लगा देना तुसीं CHO। सेम कीटोन दे विच हुंदा वा मिथोन, पिछे आवाज़ होगी ओन दी, तो उहदे विच भी की होऊगा, एक हटा के तुसीं C दे नाल की लगा देना वा C+O। लास्ट कार्बोक्सिलिक एसिड है तुहाडा, उहदे विच होऊगा मिथेनोइक एसिड बनाना वा। मिथेनोइक एसिड भी सेम एक हाइड्रोजन हटा के तुसीं की करना वा COOH ग्रुप लगा देना वा। नैक्सट इज़ होमोलोगस सीरी मीनस कि सेम चेन चलती आ रही है, चाहे वो ब्रांच आ चाहे एरोमेटिक आ। In addition, hydrogen atom or other atom of these carbon have replaced by functional group, पिछे ਆਪਾਂ functional group किते सी, उन्होंने हाइड्रोजन एटम किया वा रिप्लेस किया जाता, बदलिया जाता वा। जिमें अल्कोहल वाला ग्रुप देखिया सी, इहदे विच OH लगता, जिमें इहदे विच तुहानूं एग्जाम्पल दित्तियां होईयां ने आह सारियां। हुण असीं इहनूं फॉर्म करदे हां। फस्ट हैगी तुहाडे कोल CH3OH, C किन्ने दित्ते आ तुहानूं 1, H 3 ने तो असी H3 लिख देने 1 2 3। नैक्सट है तुहाडे कोल OH, एक की लगा देना असी OH लगा देना वा। ये फस्ट तुहाडी एग्जाम्पल हो गई। सैकेंड तुहानूं फॉर्मूला दिता होया वा C2H5OH, C किन्ने ने 2, C असी 2 लिखते, H5 ने तो असी H5 लगावांगे, 1 2 3 4 5, एक साढ़े कोल OH है तो असी एक OH लगा देंगे। सेम अगले भी इदां दी एग्जाम्पल्स ने जिहड़ियां तुसीं आपे करनियां ने, इन्हां नूं असीं कहने होमोलोगस सीरीज़। नैक्सट तुहानूं दिता होया वा होर होमोलोगस सीरीज़ दी एग्जाम्पल दित्तियां होईयां ने, जिवें दे विच CH4 C2H6 ये सारे दिते हुए ने, ये तुसीं अपनी कॉपी ते खुद करने ने। एक आ तुहानूं फार्मूला दिता होया वा द जनरल फार्मूला ऑफ एल्कीन्स, जिन्हों असी इस तरह लिख सकते हैं CnH2n। एन कोई भी नंबर हो सकता, 2 3 4 5 कोई भी नंबर हो सकता वा। 2n मतलब कि 2 × 2 4, तो C2H4, तो इस तरह असीं इहनूं फॉर्मूले जिहड़े असीं जनरेट कर सकते हैं। लास्ट जिहड़ी एक्टिविटी है 4.2, ये भी तुसीं खुद करनी है, जिहड़ी पिछे तुहानूं दित्ती हुई सी सेम एज इट इज़ ही आ। CH3OH एक सॉल्व कर दिंदी है मैं, जिवें फस्ट ये आ C एक वा, H 3 ने 1 2 3, OH एक लगाता, बाकी जिहड़ियां रैस्ट ऑफ एग्जाम्पल्स ने तुसीं खुद सॉल्व करनियां ने। थैंक यू स्टूडेंट्स।